प्यारे विद्यार्थियों, मैं प्रोफैसर दलविंदरपाल सिंह आप सब का BA भाग पहला ਸਮੈਸਟਰ ਪਹਿਲਾ ਦੇ ਪੰਜਾਬੀ ਲਾਜ਼ਮੀ ਦੇ ਲੈਕਚਰ ਵਿੱਚ ਸਵਾਗਤ ਕਰਦਾ ਹਾਂ। ਵਿਦਿਆਰਥੀਓ, ਅੱਜ ਆਪਾਂ ਤੁਹਾਡੀ ਕਾਵਿ ਪੁਸਤਕ ਕਾਵਿ ਸਮੀਰ ਵਿੱਚ ਦਰਜ ਸੁਰਜੀਤ ਪਾਤਰ ਦੀ ਕਵਿਤਾ ਉਦੋਂ ਵਾਰਸ ਸ਼ਾਹ ਨੂੰ ਵੰਡਿਆ ਸੀ ਦੀ ਵਿਆਖਿਆ ਕਰਾਂਗੇ। ਇਸ ਕਵਿਤਾ ਵਿੱਚ ਕਵੀ ਪੰਜਾਬ ਸੰਕਟ ਦੀ ਸਮੱਸਿਆ ਨੂੰ ਸਾਡੇ ਸਾਹਮਣੇ ਪੇਸ਼ ਕਰਦਾ ਹੈ ਅਤੇ ਇਸ ਸਮੇਂ ਨੂੰ ਭਾਵ ਪੰਜਾਬ ਸੰਕਟ ਦਾ ਸਮਾਂ ਜੋ 1978 ਤੋਂ ਲੈ ਕੇ 1992 ਤੱਕ ਦਾ ਸੀ ਦੀ ਤੁਲਨਾ ਪੰਜਾਬ ਦੀ ਵੰਡ ਨਾਲ ਕਰਕੇ ਲੋਕਾਂ ਨੂੰ, ਪੰਜਾਬੀਆਂ ਨੂੰ ਚੇਤਾਵਨੀ ਦਿੰਦਾ ਹੈ ਕਿ ਪਹਿਲਾਂ ਹੋਏ ਖੂਨੀ ਘੱਲੂਘਾਰੇ ਤੋਂ ਤੁਹਾਨੂੰ ਕੁਝ ਸਿੱਖਣਾ ਚਾਹੀਦਾ ਹੈ ਜਾਂ ਤੁਸੀਂ ਕੁਝ ਸਿੱਖਿਆ ਨਹੀਂ, ਤਾਂ ਜੋ ਕਿਉਂਕਿ ਹੁਣ ਤੁਸੀਂ ਦੁਬਾਰਾ ਉਹੋ ਜਿਹੇ ਹੀ ਹਾਲਾਤ ਪੈਦਾ ਕਰ ਰਹੇ ਹੋ। ਕਵੀ ਲਿਖਦਾ ਹੈ, ਉਦੋਂ ਵਾਰਸ ਸ਼ਾਹ ਨੂੰ ਵੰਡਿਆ ਸੀ, ਹੁਣ ਸ਼ਿਵ ਕੁਮਾਰ ਦੀ ਵਾਰੀ ਏ, ਉਹ ਜ਼ਖਮ ਪੁਰਾਣੇ ਭੁੱਲ ਵੀ ਗਏ, ਨਵਿਆਂ ਦੀ ਜੋ ਫੇਰ ਤਿਆਰੀ ਏ। ਉਦੋਂ ਕਦੋਂ 1947 ਵੇਲੇ ਜਦੋਂ ਹਿੰਦੂ ਸਿੱਖ ਇੱਕ ਪਾਸੇ ਅਤੇ ਮੁਸਲਮਾਨ ਇੱਕ ਪਾਸੇ ਸਨ, ਦੇਸ਼ ਦੀ ਵੰਡ ਕੀਤੀ ਗਈ ਸੀ, ਦੇਸ਼ ਦੀ ਵੰਡ ਹੋਈ ਸੀ। ਉਸ ਸਮੇਂ ਕਵੀ ਕਹਿੰਦਾ ਹੈ ਕਿ ਵਾਰਸ ਸ਼ਾਹ ਨੂੰ ਵੰਡ ਲਿਆ ਗਿਆ ਸੀ। ਪੰਜਾਬ ਦਾ ਸਾਂਝਾ ਕਵੀ ਵਾਰਸ, ਜਿਸ ਨੂੰ ਉਸ ਵੇਲੇ ਵੰਡ ਲਿਆ ਗਿਆ ਸੀ, ਅਤੇ ਹੁਣ ਸ਼ਿਵ ਕੁਮਾਰ ਦੀ ਵਾਰੀ ਹੈ। ਹੁਣ ਦਾ ਸਮਾਂ ਭਾਵ ਕਵੀ ਅਨੁਸਾਰ 1978 ਤੋਂ 1992 ਦਾ ਸਮਾਂ ਪੰਜਾਬ ਸੰਕਟ ਦਾ ਸਮਾਂ, ਅਤੇ ਹੁਣ ਹਿੰਦੂ ਸਿੱਖਾਂ ਵਿੱਚ ਪਾੜ ਪੈ ਗਿਆ ਹੈ, ਅਤੇ ਹੁਣ ਸ਼ਿਵ ਕੁਮਾਰ ਜੋ ਸਾਂਝਾ ਕਵੀ ਹੈ ਨੂੰ ਵੰਡਣ ਦੀ ਤਿਆਰੀ ਹੈ। ਉਹ ਜ਼ਖਮ ਪੁਰਾਣੇ ਭੁੱਲ ਵੀ ਗਏ, ਨਵਿਆਂ ਦੀ ਜੋ ਫੇਰ ਤਿਆਰੀ ਹੈ। ਕਵੀ ਕਹਿੰਦਾ ਹੈ ਵੀ ਉਸਨੂੰ ਲੱਗਦਾ ਹੈ ਕਿ ਪੰਜਾਬੀ ਲੋਕਾਂ ਨੂੰ ਉਹ ਪੁਰਾਣੇ ਜ਼ਖਮ ਭੁੱਲ ਗਏ ਨੇ, ਜੋ ਹੁਣ ਨਵੇਂ ਜ਼ਖਮਾਂ ਨੂੰ ਮੁੱਲ ਲੈਣ ਦੀ ਤਿਆਰੀ ਹੈ। ਵਿਦਿਆਰਥੀਓ, ਕਵੀ ਅੱਗੇ ਲਿਖਦਾ ਹੈ, ਮੈਨੂੰ ਤਾਂ ਸ਼ੇਖ ਫਰੀਦ ਬਿਨਾਂ ਅਮੀਓ ਵੀ ਫਿੱਕਾ ਲੱਗਦਾ ਹੈ। ਅਮੀਓ ਭਾਵ ਅੰਮ੍ਰਿਤ। ਕਵੀ ਲਿਖਦਾ ਹੈ ਕਿ ਉਸ ਨੂੰ ਤਾਂ ਸ਼ੇਖ ਫਰੀਦ ਦੀ ਬਾਣੀ ਤੋਂ ਬਿਨਾਂ ਅੰਮ੍ਰਿਤ ਵੀ ਫਿੱਕਾ ਹੀ ਲੱਗਦਾ ਹੈ। ਮੈਨੂੰ ਤਾਂ ਸੰਤ ਕਬੀਰ ਬਿਨਾਂ ਦੋ ਮੇਲ ਹੀ ਨਿੱਕਾ ਲੱਗਦਾ ਹੈ। ਦੋ ਮੇਲ ਭਾਵ ਜਿੱਥੇ ਜਦੋਂ ਅਸੀਂ ਦੂਰ ਤੱਕ ਨਿਗਾਹ ਮਾਰਦੇ ਹਾਂ ਤਾਂ ਸਾਨੂੰ ਧਰਤੀ ਅਤੇ ਅਸਮਾਨ ਮਿਲਦੇ ਹੋਏ ਪ੍ਰਤੀਤ ਹੁੰਦੇ ਹਨ, ਉਸ ਨੂੰ ਦੋ ਮੇਲ ਕਿਹਾ ਜਾਂਦਾ ਹੈ। ਕਵੀ ਲਿਖਦਾ ਹੈ ਕਿ ਸੰਤ ਕਬੀਰ ਦੀ ਬਾਣੀ ਤੋਂ ਬਿਨਾਂ ਉਸ ਨੂੰ ਦੋ ਮੇਲ ਵੀ ਬਹੁਤ ਛੋਟਾ ਜਾਂ ਨਿੱਕਾ ਲੱਗਦਾ ਹੈ। ਜੋ ਵੀ ਜਗਦਾ ਹੈ ਮੇਰਾ ਹੈ, ਮੈਨੂੰ ਹਰ ਇੱਕ ਜੋਤ ਪਿਆਰੀ ਹੈ। ਕਵੀ ਲਿਖਦਾ ਹੈ ਵੀ ਜੋ ਵੀ ਜਗਦਾ ਹੈ ਭਾਵ ਕਿਸੇ ਵੀ ਥਾਂ 'ਤੇ ਕੋਈ ਦੀਵਾ ਜਗਦਾ ਹੋਵੇ, ਭਾਵੇਂ ਗੁਰਦੁਆਰੇ ਹੋਵੇ, ਮੰਦਰ ਹੋਵੇ ਜਾਂ ਮਸੀਤ ਵਿੱਚ ਹੋਵੇ, ਉਸ ਨੂੰ ਹਰ ਇੱਕ ਜੋਤ ਪਿਆਰੀ ਹੈ। ਹਰ ਧਰਮ ਉਸ ਲਈ ਸਾਂਝਾ ਧਰਮ ਹੈ, ਪਿਆਰ ਦੀ ਨਿਸ਼ਾਨੀ ਹੈ। ਅੱਗੋਂ ਕਵੀ ਲਿਖਦਾ ਹੈ, ਅਸਮਾਨ ਜਿਹਦੇ ਲਈ ਥਾਲ ਜਿਹਾ, ਸੂਰਜ ਅਤੇ ਚੰਦ ਚਿਰਾਗ ਧਰੇ। ਵਿਦਿਆਰਥੀ, ਇੱਥੇ ਕਵੀ ਗੁਰੂ ਨਾਨਕ ਸਾਹਿਬ ਦਾ ਜ਼ਿਕਰ ਕਰਦਾ ਹੈ, ਉਹਨਾਂ ਦੀ ਬਾਣੀ ਦਾ ਜ਼ਿਕਰ ਕਰਦਾ ਹੈ। ਗੁਰੂ ਨਾਨਕ ਸਾਹਿਬ ਨੇ ਆਰਤੀ ਵਿੱਚ ਅਜਿਹੀ ਤੁਲਨਾ ਕੀਤੀ ਸੀ, ਅਸਮਾਨ ਜਿਹਦੇ ਲਈ ਥਾਲ ਜਿਹਾ। ਗੁਰੂ ਨਾਨਕ ਸਾਹਿਬ ਨੇ ਪੂਰੇ ਅਸਮਾਨ ਨੂੰ ਇੱਕ ਥਾਲ ਦੇ ਸਮਾਨ ਚਿਤਵਿਆ ਸੀ। ਸੂਰਜ ਅਤੇ ਚੰਦ ਚਿਰਾਗਾਂ ਦੇ ਸਮਾਨ ਚਿਤਵੇ ਸਨ। ਤਾਰੇ ਜਿਸ ਖਾਤਰ ਮੋਤੀ ਸਨ ਅਤੇ ਤਾਰਿਆਂ ਨੂੰ ਮੋਤੀਆਂ ਦੇ ਸਮਾਨ ਮੰਨਿਆ ਸੀ, ਅਤੇ ਪੂਰੇ ਵਿਸ਼ਵ ਦੀ, ਪੂਰੇ ਬ੍ਰਹਿਮੰਡ ਦੀ ਆਰਤੀ ਕੀਤੀ ਸੀ ਅਤੇ ਪਵਨ ਚਵਰ ਕਰੇ। ਅਤੇ ਇਸ ਆਰਤੀ ਵਿੱਚ ਪਵਨ ਭਾਵ ਹਵਾ ਚਵਰ ਕਰਦੀ ਸੀ। ਚਵਰ ਭਾਵ ਚੌਰ ਜਾਂ ਘੁੰਮਣਾ ਜਾਂ ਪਰਿਕਰਮਾ। ਕਵੀ ਲਿਖਦਾ ਹੈ ਕਿ ਉਸ ਸ਼ਾਇਰ ਦੀ ਕਵਿਤਾ ਦੇ ਵਿੱਚ ਇਹ ਲੀਕ ਜਿਹੀ ਕਿ ਸੁਮਾਰੀ ਹੈ, ਜਿਸ ਕਵੀ ਲਈ ਪੂਰਾ ਬ੍ਰਹਿਮੰਡ ਇੱਕੋ ਹੀ ਸੀ। ਸਰਬ ਸਾਂਝੀਵਾਲਤਾ ਦਾ ਸੰਦੇਸ਼ ਉਹਨਾਂ ਦੀ ਬਾਣੀ ਵਿੱਚ ਮੌਜੂਦ ਸੀ। ਕਵੀ ਕਹਿੰਦਾ ਹੈ ਕਿ ਉਸ ਸ਼ਾਇਰ ਭਾਵ ਗੁਰੂ ਸਾਹਿਬ ਦੀ ਕਵਿਤਾ ਵਿੱਚ ਕਿਸ ਨੇ ਲੀਕ ਮਾਰ ਦਿੱਤੀ ਹੈ, ਪਰ ਲੀਕ ਕਿਸ ਨੇ ਮਾਰੀ ਹੈ ਭਾਵ ਉਸ ਸਰਬ ਸਾਂਝੀਵਾਲਤਾ ਦੇ ਸ਼ਾਇਰ ਨੂੰ ਵੀ ਵੰਡਣ ਦਾ ਮਾੜਾ ਉਪਰਾਲਾ ਜਾਂ ਮਾੜੀ ਕੋਸ਼ਿਸ਼ ਕੀਤੀ ਹੈ।
ਅੱਗੋਂ ਕਵੀ ਲਿਖਦਾ ਹੈ, ਜੋ ਆਪਣੀ ਮਾਂ ਨੂੰ ਮਾਂ ਨਾ ਕਹੇ ਉਹ ਛਾਂ ਵੱਲੋਂ ਥੁੜ ਜਾਵੇਗਾ। ਵਿਦਿਆਰਥੀਓ, ਆਪਣੀ ਮਾਂ ਭਾਵ ਮਾਂ ਬੋਲੀ। ਅੱਜ ਕੱਲ੍ਹ ਵੀ ਦੇਖਿਆ ਅਸੀਂ ਆਪਣੀ ਮਾਂ ਬੋਲੀ ਪੰਜਾਬੀ ਨੂੰ ਛੱਡ ਕੇ ਅਸੀਂ ਦੂਸਰੀਆਂ ਭਾਸ਼ਾਵਾਂ ਵੱਲ ਵੱਧਦੇ ਜਾ ਰਹੇ ਹਾਂ। ਦੂਸਰੀਆਂ ਭਾਸ਼ਾਵਾਂ ਸਿੱਖਣੀਆਂ ਚੰਗੀ ਗੱਲ ਹੈ, ਪਰ ਆਪਣੀ ਮਾਂ ਨੂੰ ਭੁੱਲਣਾ ਬਹੁਤ ਹੀ ਮਾੜੀ ਗੱਲ ਹੈ। ਜੋ ਮਨੁੱਖ ਆਪਣੀ ਮਾਂ ਬੋਲੀ ਨੂੰ ਭੁੱਲ ਜਾਵੇ ਉਹ ਕਿਤੇ ਵੀ ਆਰਾਮ ਨਹੀਂ ਪਾ ਸਕਦਾ। ਭਾਵ ਆਪਣੀ ਮਾਂ ਨੂੰ ਛੱਡ ਕੇ ਮਨੁੱਖ ਨੂੰ ਕਿਤੇ ਵੀ ਠੰਡੀ ਛਾਂ ਨਹੀਂ ਮਿਲ ਸਕਦੀ। ਧੁੱਪਾਂ ਬੇਗਾਨੀਆਂ ਸਹਿ ਸਹਿ ਕੇ ਇੱਕ ਦਿਨ ਆਪੇ ਮੁੜਾਵੇਗਾ। ਅਤੇ ਇਹੋ ਜਿਹਾ ਮਨੁੱਖ ਬੇਗਾਨੀਆਂ ਧੁੱਪਾਂ ਸਹਿ ਸਹਿ ਕੇ ਇੱਕ ਦਿਨ ਆਪੇ ਹੀ ਮੁੜ ਕੇ ਆਵੇਗਾ। ਉਸ ਨੂੰ ਜਾਪੇਗਾ ਆਵਾਜ਼ ਜਿਵੇਂ ਉਹਦੀ ਠੰਡੜੀ ਮਾਂ ਨੇ ਮਾਰੀ ਹੈ, ਅਤੇ ਉਹਨੂੰ ਇਸ ਤਰ੍ਹਾਂ ਮਹਿਸੂਸ ਹੋਵੇਗਾ ਦੁੱਖ ਵੇਲੇ ਵੀ ਉਸਦੀ ਮਾਂ ਨੇ ਉਸ ਨੂੰ ਆਵਾਜ਼ ਮਾਰੀ ਆ। ਭਾਵ ਦੁੱਖ ਵੇਲੇ ਮਨੁੱਖ ਨੂੰ ਆਪਣੀ ਮਾਂ ਹੀ ਚੇਤੇ ਆਉਂਦੀ ਹੈ। ਮੈਂ ਕਦ ਕਹਿਣਾ ਇਨਸਾਫ ਨਾ ਮੰਗ, ਜਾਂ ਇਹ ਹੱਕ ਲਈ ਛੇੜ ਨਾ ਜੰਗ, ਪਰ ਦੁਸ਼ਮਣ ਦੀ ਪਹਿਚਾਣ ਤਾਂ ਕਰ, ਐਵੇਂ ਨਾ ਕੱਟ ਆਪਣੇ ਹੀ ਅੰਗ। ਬੜੀ ਵਧੀਆ ਗੱਲ ਕਹੀ ਹੈ ਕਵੀ ਨੇ ਵਿਦਿਆਰਥੀਓ। ਕਹਿੰਦਾ ਮੈਂ ਕਦੋਂ ਕਹਿਣਾ ਵੀ ਤੂੰ ਇਨਸਾਫ ਨਾ ਮੰਗ, ਭਾਵ ਹੱਕ ਮੰਗ, ਆਪਣਾ ਇਨਸਾਫ ਮੰਗ। ਲੜ ਵੀ ਹੱਕ ਲਈ ਛੇੜ ਨਾ ਜੰਗ, ਭਾਵ ਆਪਦੇ ਹੱਕ ਲਈ ਜੰਗ ਵੀ ਛੇੜ, ਲੜਾਈ ਵੀ ਕਰ, ਲੜ, ਪਰ ਦੁਸ਼ਮਣ ਦੀ ਪਹਿਚਾਣ ਤਾਂ ਕਰ। ਪਰ ਇਹ ਤਾਂ ਦੇਖ ਲੈ ਵੀ ਤੂੰ ਲੜਦਾ ਕਿਹਦੇ ਨਾਲ ਆ। ਦੁਸ਼ਮਣ ਦੀ ਪਹਿਚਾਣ ਤਾਂ ਕਰ, ਕਿਉਂਕਿ ਦੁਸ਼ਮਣ ਤੁਹਾਡਾ ਮਿੱਤਰ ਦੇ ਸਮਾਨ ਬਣਿਆ ਹੋਇਆ ਅਤੇ ਉਹ ਤੁਹਾਨੂੰ ਭਰਾਵਾਂ ਨਾਲ ਲੜਾ ਰਿਹਾ। ਤਾਂ ਪਹਿਲਾਂ ਦੁਸ਼ਮਣ ਦੀ ਪਹਿਚਾਣ ਕਰ। ਐਵੇਂ ਨਾ ਕੱਟ ਆਪਣੇ ਹੀ ਅੰਗ, ਭਾਵ ਆਪਣੇ ਹੀ ਅੰਗ ਨਾ ਕੱਟ ਸਰੀਰ ਦੇ, ਆਪਣੇ ਭਰਾਵਾਂ ਨਾਲ ਹੀ ਵੈਰ ਨਾ ਕਮਾ। ਇਉਂ ਖੰਭਾਂ ਦੀ ਤੋਹੀਨ ਨਾ ਕਰ, ਇਹ ਛੋਟੀ ਬਹੁਤ ਉਡਾਰੀ ਹੈ। ਭਾਵ ਆਪਣੀ ਹਿੰਮਤ, ਆਪਣੀ ਸੋਚ, ਆਪਣੀ ਅਕਲ ਦੀ ਤੋਹੀਨ ਨਾ ਕਰ। ਜੋ ਤੂੰ ਕਰ ਰਹੇ ਆ ਇਹ ਬਹੁਤ ਛੋਟਾ ਕੰਮ ਕਰ ਰਹੇ ਆ। ਦੁੱਖਾਂ ਦੇ ਖਿਲਾਫ ਅਜੇ ਲੜਨਾ ਏ, ਭੁੱਖਾਂ ਦੇ ਖਿਲਾਫ ਅਜੇ ਲੜਨਾ ਏ, ਜੋ ਛਾਂ ਦੇ ਬਹਾਨੇ ਖਾ ਜਾਂਦੇ ਰੁੱਖਾਂ ਦੇ ਖਿਲਾਫ ਲੜਨਾ ਏ। ਕਵੀ ਕਹਿੰਦਾ ਲੜਾਈ ਕਰ, ਲੜ, ਹੱਕ ਲਈ ਲੜ, ਪਰ ਚੰਗੇ ਕੰਮ ਲਈ ਲੜ। ਆਪਣਿਆਂ ਨਾਲ ਲੜ, ਬੇਗਾਨਿਆਂ ਨਾਲ ਲੜ। ਬੇਗਾਨੇ ਭਾਵ ਜੋ ਤੁਹਾਨੂੰ ਆਪਣੇ ਨਾਲ ਲੜਾ ਰਹੇ ਆ, ਕਿਉਂਕਿ ਤੇਰੀ ਲੜਾਈ ਬੜੀ ਵੱਡੀ ਹੈ। ਅਜੇ ਦੁੱਖਾਂ ਦੇ ਖਿਲਾਫ ਲੜਨਾ ਹੈ, ਭੁੱਖਾਂ ਦੇ ਖਿਲਾਫ ਲੜਨਾ ਹੈ। ਭੁੱਖਾਂ, ਜਿਹੜੇ ਲੋਕ ਸਾਨੂੰ ਆਪਸ ਵਿੱਚ ਲੜਾ ਰਹੇ ਨੇ ਉਹ ਸਾਡਾ ਫਾਇਦਾ ਚੁੱਕ ਰਹੇ ਨੇ ਅਤੇ ਅਸੀਂ ਹੋਰ ਗਰੀਬੀ ਵੱਲ ਜਾ ਰਹੇ ਹਾਂ। ਉਹਨਾਂ ਖਿਲਾਫ ਲੜਨਾ, ਅਸੀਂ ਭੁੱਖਾਂ ਦੂਰ ਕਰਨੀਆਂ ਨੇ। ਜੋ ਛਾਂ ਦੇ ਬਹਾਨੇ ਖਾ ਜਾਂਦੇ ਰੁੱਖਾਂ ਦੇ ਖਿਲਾਫ ਲੜਨਾ ਹੈ। ਫਿਰ ਉਹੀ ਗੱਲ ਆ ਗਈ, ਛਾਂ ਦੇਣ ਦੇ ਬਹਾਨੇ ਇਹੋ ਜਿਹੇ ਰੁੱਖ ਜਿਹੜੇ ਸਾਨੂੰ ਖਾ ਜਾਂਦੇ ਨੇ, ਜਿਵੇਂ ਮੰਤਰੀ ਹੋ ਗਏ, ਧਰਮ ਦੇ ਠੇਕੇਦਾਰ ਹੋ ਗਏ, ਉਹ ਸਾਨੂੰ ਬੇਵਕੂਫ ਬਣਾ ਕੇ ਸਾਡੀ ਵਰਤੋਂ ਕਰਦੇ ਨੇ। ਵਿਦਿਆਰਥੀਓ, ਕਵੀ ਕਹਿੰਦੇ ਹੈ ਕਿ ਉਹਨਾਂ ਖਿਲਾਫ ਲੜਨਾ ਹੈ। ਤੇਰੀ ਤੇਗ ਦੀ ਧਾਰ ਤੋਂ ਮੈਂ ਸਦਕੇ, ਇਹਦੀ ਲੋੜ ਤੋਂ ਕੌਣ ਇਨਕਾਰੀ ਹੈ। ਕਵੀ ਅੱਗੋਂ ਲਿਖਦਾ ਹੈ ਵੀ ਇਹ ਮਨੁੱਖ ਤੇਰੀ ਬਹਾਦਰੀ ਤੋਂ ਮੈਂ ਵਾਰੇ ਜਾਂਦਾ ਹਾਂ, ਮੈਂ ਤੋਂ ਇਨਕਾਰੀ ਨਹੀਂ, ਪਰ ਇਹਦੀ ਲੋੜ ਤੋਂ ਮੈਂ ਇਨਕਾਰੀ ਨਹੀਂ। ਇਹਨੂੰ ਸਾਂਭ ਕੇ ਰੱਖ, ਲਿਸ਼ਕਾ ਕੇ ਰੱਖ, ਇਹਦੀ ਧਾਰ ਨੂੰ ਛਾਂ ਚੜ੍ਹਾ ਕੇ ਰੱਖ। ਆਪਣੀ ਕਿਰਪਾਨ ਨੂੰ, ਆਪਣੀ ਤੇਗ ਨੂੰ ਸਾਂਭ ਕੇ ਰੱਖ, ਲਿਸ਼ਕਾ ਕੇ ਰੱਖ, ਇਹਦੀ ਧਾਰ ਤਿੱਖੀ ਕਰਕੇ ਰੱਖ। ਹਨੇਰੇ ਵਿੱਚ ਚਾਨਣ ਲਿਖਣਾ ਹੈ, ਇਹਨੂੰ ਅੱਗ ਦੀ ਲਾੜ ਬਣਾ ਕੇ ਰੱਖ। ਹਨੇਰੇ ਵਿੱਚ ਚਾਨਣ ਲਿਖਣਾ ਹੈ ਭਾਵ ਜੋ ਤੁਹਾਨੂੰ ਤੁਹਾਡੇ ਮਿੱਤਰ ਬਣ ਕੇ ਖਾ ਰਹੇ ਹਨ ਅਤੇ ਤੁਹਾਨੂੰ ਆਪਸ ਵਿੱਚ ਲੜਾ ਕੇ ਆਪਣਾ ਫਾਇਦਾ ਚੁੱਕ ਰਹੇ ਹਨ, ਉਹਨਾਂ ਖਿਲਾਫ ਲੜਨਾ ਹੈ। ਉਹ ਹਨੇਰਾ ਹੈ ਵਿਦਿਆਰਥੀਓ, ਉਸ ਹਨੇਰੇ ਨੂੰ ਦੂਰ ਕਰਨਾ ਹੈ। ਇਹਨੂੰ ਅੱਗ ਦੀ ਲਾੜ ਬਣਾ ਕੇ ਰੱਖ, ਭਾਵ ਉਹ ਤੁਹਾਡੇ ਖਿਲਾਫ ਕੁਝ ਮਾੜਾ ਕਰਨ ਤੋਂ ਪਹਿਲਾਂ ਕਈ ਵਾਰ ਸੋਚਣ। ਕੁਝ ਸਮਿਆਂ ਵਿੱਚ ਹੁੰਦੀ ਕੇਵਲ ਸ਼ਮਸ਼ੀਰ ਹੀ ਇੱਕ ਲਖਾਰੀ ਹੈ। ਕਈ ਵਾਰ ਇਸ ਸ਼ਮਸ਼ੀਰ ਨਾਲ ਹੀ ਯੁੱਗ ਬਦਲੇ ਜਾਂਦੇ ਹਨ, ਭਾਵ ਵਿਦਰੋਹ ਕੀਤਾ ਜਾਂਦਾ ਹੈ ਅਤੇ ਹਨੇਰੇ ਨੂੰ ਚੀਰਿਆ ਜਾ ਸਕਦਾ ਹੈ। ਪਰ ਤੁਰਿਆ ਪੈਂਡਾ ਕਿਉਂ ਤੁਰਨਾ, ਅੱਗੇ ਦੀ ਵਾੜ ਜੋ ਭਾਰੀ ਹੈ। ਪਰ ਪਹਿਲਾਂ ਤੁਰਿਆ ਪੈਂਡਾ ਕਿਉਂ ਤੁਰ ਰਹੇ ਹੋ, ਭਾਵ ਜੋ ਅਸੀਂ ਦੇਖ ਲਿਆ ਵੀ ਇਹੋ ਜਿਹੇ ਕੰਮਾਂ ਨਾਲ ਸਾਡਾ ਸਗੋਂ ਨੁਕਸਾਨ ਹੀ ਹੈ। ਅਸੀਂ ਭਰਾਵਾਂ ਹੱਥੋਂ ਮਾੜਾ ਹੀ ਹੁੰਦਾ ਹੈ, ਭਾਵ ਅੱਗੇ ਦੀ ਜੋ ਵਾਟ ਭਾਰੀ ਹੈ ਵੀ ਸਾਨੂੰ ਹੁਣ ਅੱਗੇ ਸੋਚ ਸਮਝ ਕੇ ਚੱਲਣਾ ਚਾਹੀਦਾ ਹੈ। ਪਹਿਲਾਂ ਵਰਗਾ ਇਤਿਹਾਸ ਮੁੜ ਕੇ ਨਾ ਦੁਹਰਾਈਏ, ਤਾਂ ਜੋ ਭਰਾਵਾਂ ਦਾ ਭਰਾਵਾਂ ਹੱਥੋਂ ਘਾਣ ਨਾ ਹੋਵੇ।